Hello students, in our last lecture we have discussed about the shapes of the orbitals, and today we will continue with the next topic, that is filling of the orbitals in an atom. How we can fill the orbitals of an atom. So for filling of the orbitals there are certain sets of the rules ਜਿਹੜੇ ਕਿ ਆਪਾਂ ਨੇ ਫੋਲੋ ਕਰਨੇ ਹੁੰਦੇ ਆ. So according to that, first is the F-bar principle. So according to F-bar principle, in the ground state of the atoms, the orbitals are filled in order of their increasing energies. So ਇਲੈਕਟ੍ਰੋਨਸ ਦੀ ਜਿਹੜੀ ਫਿਲਿੰਗ ਆ ਔਰਬਿਟਲਸ ਦੇ ਵਿੱਚ, ਠੀਕ ਹੈ, ਉਹ ਕਿਸ ਅਕੋਰਡਿੰਗ ਹੁੰਦੀ ਹੈ? ਔਰਬਿਟਲਸ ਦੀ એનર્ਜੀ ਦੇ ਅਕੋਰਡਿੰਗ ਆਪਾਂ ਕੀ ਹੈ ਇਲੈਕਟ੍ਰੋਨਸ ਨੂੰ ਫਿਲ ਕਰਨਾ ਹੁੰਦਾ, ਠੀਕ ਹੈ. ਲੋਅਰ એનર્ਜੀ ਕੈਰਿੰਗ ਜਿਹੜੇ ਔਰਬਿਟਲਸ ਹੁੰਦੇ ਆ ਉਹਨਾਂ ਨੂੰ ਕੀ ਹੈ ਫਸਟ ਫਿਲ ਕੀਤਾ ਜਾਂਦਾ ਹੈ. So filling of the electron for any atom depends upon the energy of the orbital. That means electrons occupy lower energy orbital first, and electron filling occur in increasing order of energy of the orbitals. And filling है जी electrons दी जिमें जिमें orbitals ਜਾਂ subshells for example S, P and D ਜਿਵੇਂ ਜਿਵੇਂ ਇਹਨਾਂ ਦੀ એનર્ਜੀ ਕੀ ਹੈ ਇਨਕਰੀਜ਼ ਕਰਦੀ ਹੈ ਉੱਦਾਂ ਉੱਦਾਂ ਕੀ ਹੈ ਆਪਣੇ ਕੋਲ ਇਲੈਕਟ੍ਰੋਨ ਕੀ ਆਪਾਂ ਫਿਲ ਕਰਦੇ ਜਾਣਾ ਅੱਗੇ ਅੱਗੇ, ਠੀਕ ਹੈ. ਸੋ ਨਾਓ ਆਪਾਂ ਡਿਟੇਲ 'ਚ ਸਟੱਡੀ ਕਰਦੇ ਹਾਂ એનર્ਜੀ ਆਫ ਔਰਬਿਟਲ ਦਾ ਮੀਨਿੰਗ ਕੀ ਹੈ, ਠੀਕ ਹੈ. એનર્ਜੀ ਆਫ ਦੀ ਔਰਬਿਟਲ ਡਿਪੈਂਡ ਅਪੋਨ ਦੀ n+n ਵੈਲਿਊਜ਼, ਠੀਕ ਹੈ. ਫਸਟ એનર્ਜੀ ਨੂੰ ਆਪਾਂ ਕੈਲਕੂਲੇਟ ਕਿੱਦਾਂ ਕਰਨਾ ਕਿਸੇ ਵੀ ਔਰਬਿਟਲ ਦੀ એનર્ਜੀ ਨੂੰ. ਫੋਰ ਐਗਜ਼ਾਮਪਲ ਕਿਸੇ ਸਬਸ਼ੈਲ ਦੇ ਲਈ, ਠੀਕ ਹੈ, ਜਾਂ ਕਿਸੇ ਔਰਬਿਟਲ ਦੇ ਲਈ ਸਾਡੇ ਕੋਲੇ ਵੈਲਿਊ ਹੈ ਜਿਹੜੀ n ਦੀ ਕੀ ਵੈਲਿਊ ਗਿਵਨ ਹੈ ਐਂਡ l ਦੀ ਕਿੰਨੀ ਵੈਲਿਊ ਗਿਵਨ ਆ, ਠੀਕ ਹੈ. ਇਹਨਾਂ ਦੋਨਾਂ ਦਾ ਸਮ ਜਦੋਂ ਆਪਾਂ ਕਰਦੇ ਹਾਂ, ਠੀਕ ਹੈ, ਦੈਨ ਜਿਹੜਾ ਮੈਗਨੀਟਿਊਡ ਸਾਡੇ ਕੋਲ ਆਏਗਾ, ਠੀਕ ਹੈ, ਜਾਂ ਜਿਹੜੀ ਵੈਲਿਊ ਸਾਡੇ ਕੋਲ ਆਏਗੀ ਉਹਦੇ ਤੋਂ ਅਸੀਂ ਆਈਡੀਆ ਲਗਾਉਣਾ ਹੈ ਵੈਲਿਊ ਦਾ, ਠੀਕ ਹੈ, એનર્ਜੀ ਦੀ ਵੈਲਿਊ ਦਾ ਕਿਸੇ ਵੀ ਔਰਬਿਟਲ ਦੇ ਲਈ, ਠੀਕ ਹੈ. ਸੋ ਲੋਅਰ ਦੀ ਵੈਲਿਊ ਆਫ ਦੀ n+l, ਲੋਅਰ ਇਜ਼ ਇਟਸ એનર્ਜੀ. ਫੋਰ ਐਗਜ਼ਾਮਪਲ ਆਪਾਂ ਐਸ ਪੀ ਡੀ ਸਬਸ਼ਲ ਔਰ ਔਰਬਿਟਲਸ ਦੇ ਲਈ ਜਦੋਂ એનર્ਜੀ ਕੈਲਕੂਲੇਟ ਕਰਨੀ ਹੈ ਤਾਂ ਕਿੱਦਾਂ ਕਰਾਂਗੇ? ਫਸਟ ਅਸੀਂ ਔਰਬਿਟਲਸ ਲਿਖਦੇ ਹਾਂ 1s 2s 2p 3s 3p 3d 4s 4p 4d ਐਂਡ 5s, ਠੀਕ ਹੈ. ਹੁਣ ਆਪਾਂ ਇਹ ਦੇਖਣਾ ਕਿ ਜਿਹੜਾ ਅਸੀਂ ਸੀਕੁਐਂਸ ਇੱਥੇ ਲਿਖਿਆ ਹੈ, ਠੀਕ ਹੈ, ਜਾਂ ਜਿਸ ਆਰਡਰ 'ਚ ਇਹਨੂੰ ਲਿਖਿਆ ਹੈ ਕਿ ਇਹ ਐਕੂਰੇਟ ਹੈ ਕਿ ਨਹੀਂ, ਮਤਲਬ ਕਿ ਐਕਚੁਅਲ ਜਿਹੜਾ ਆਰਡਰ ਹੈ ਇਹਨਾਂ ਦੀ એનર્ਜੀ ਦਾ ਇਹ ਸੇਮ ਹੀ ਬਣੂਗਾ ਕਿ ਨਹੀਂ, ਠੀਕ ਹੈ. ਸੋ ਨਾਓ ਹੁਣ ਕੀ ਕਰਾਂਗੇ ਆਪਾਂ n ਦੀ ਵੈਲਿਊ ਲਿਖਾਂਗੇ ਹਰੇਕ ਦੇ ਲਈ. n ਕੀ ਹੁੰਦਾ ਹੈ? ਪ੍ਰਿੰਸੀਪਲ ਕੁਆਂਟਮ ਨੰਬਰ ਹੈ. ਸੋ ਵੀ ਹੈਵ ਰਿਟਨ, ਠੀਕ ਹੈ, ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਐਂਡ ਆਫਟਰ ਦੈਟ l ਦੀ ਵੈਲਿਊ, l ਕੀ ਹੈ ਐਜ਼ੀਮਿਊਥਲ ਕੁਆਂਟਮ ਨੰਬਰ ਆ. ਐਸ ਔਰਬਿਟਲ ਦੇ ਲਈ ਜਿਹੜੀ ਇਹਦੀ ਵੈਲਿਊ ਹੈ ਉਹ 1 ਹੁੰਦੀ ਹੈ, ਠੀਕ ਹੈ, ਆਲਵੇਜ਼. ਸੋਰੀ ਐਸ ਔਰਬਿਟਲ ਦੇ ਲਈ ਇਹਦੀ ਜਿਹੜੀ ਵੈਲਿਊ ਹੈ ਦੈਟ ਇਜ਼ 0, ਐਜ਼ੀਮਿਊਥਲ ਕੁਆਂਟਮ ਨੰਬਰ. l ਦੀ ਵੈਲਿਊ ਐਸ ਔਰਬਿਟਲ ਦੇ ਲਈ ਆਪਾਂ 0 ਲੈਂਦੇ ਹਾਂ. p ਦੇ ਲਈ 1, ਅਗੇਨ ਐਸ ਦੇ ਲਈ 0, ਪ੍ਰਿੰਸੀਪਲ ਕੁਆਂਟਮ ਨੰਬਰ 3 ਸੀ ਬਟ l ਦੀ ਵੈਲਿਊ 0. Again for 3p its value 1, for d in the value 2 ਰਹਿੰਦੀ ਆ, for s in the value 0 ਲੈਂਦੇ ਆ, and for p 1 d 2 and s 0, ਠੀਕ ਹੈ. ਹੁਣ ਆਫਟਰ ਦੈਟ ਕੀ ਕਰਨਾ ਹੈ ਆਪਾਂ n+l. ਸੋ ਅਕੋਰਡਿੰਗ ਟੂ ਦੈਟ for 1s ਵੈਲਿਊ 1 ਆਏਗੀ, 2s ਦੇ ਲਈ 2 ਐਂਡ 2p ਦੇ ਲਈ ਵੈਲਿਊ 3 ਬਣਦੀ ਹੈ, ਐਂਡ 3s ਦੇ ਲਈ ਵੀ ਵੈਲਿਊ ਕਿੰਨੀ ਬਣਦੀ ਆ 3 ਬਣਦੀ ਆ, ਠੀਕ ਹੈ. ਐਂਡ ਦੈਨ for 3d 3p 4, 3d 5, 4s 4, 4p ਦੇ ਲਈ 5 ਵੈਲਿਊ ਬਣੀ ਐਂਡ 4d ਦੇ ਲਈ 6 ਐਂਡ 5s ਦੇ ਲਈ 5. ਨਾਓ ਆਰਡਰ ਆਫ એનર્ਜੀ, ਠੀਕ ਹੈ, ਆਪਾਂ ਲੈਣਾ ਹੈ. ਸੋ 1s ਦੇ ਲਈ ਵੈਲਿਊ ਸਭ ਤੋਂ ਲੋਅਰ ਹੈ, ਠੀਕ ਹੈ, ਲੋਐਸਟ ਵੈਲਿਊ ਕੈਰੀ ਕਰਦਾ ਹੈ 1s ਔਰਬਿਟਲ. ਸੋ ਸਭ ਤੋਂ ਪਹਿਲਾਂ ਜਿਹੜੀ ਫਿਲਿੰਗ ਆ ਇਲੈਕਟ੍ਰੋਨ ਦੀ ਉਹ ਇਸ ਔਰਬਿਟਲ ਦੇ ਵਿੱਚ ਹੀ ਕੀਤੀ ਜਾਊਗੀ, ਠੀਕ ਹੈ, ਅਕੋਰਡਿੰਗ ਟੂ ਆਰਡਰ. ਪਹਿਲਾਂ ਆਪਾਂ ਜਸਟ ਆਰਡਰ ਦੀ ਗੱਲ ਕਰਦੇ ਹਾਂ, ਠੀਕ ਹੈ, એનર્ਜੀ ਦੇ ਲਈ ਆਫ ਸਬਸ਼ੈਲ ਔਰ ਔਰਬਿਟਲਸ. 1s ਦੀ ਕੀ ਆ ਲੈਸਰ ਆ 2s ਦੇ ਨਾਲੋਂ, ਠੀਕ ਹੈ. ਦੈਨ 2s ਦੀ ਜਿਹੜੀ એનર્ਜੀ ਹੈ ਦੈਟ ਇਜ਼ ਲੈਸਰ ਦੈਨ 2p. ਨਾਓ ਹੁਣ ਆਪਣੇ ਕੋਲ ਕੰਪੈਰੀਜ਼ਨ ਆਏਗਾ 2p ਅਤੇ 3s ਦੇ ਵਿੱਚ. ਇਹਨਾਂ ਦੋਨਾਂ ਦੇ ਲਈ ਜਿਹੜੀ એનર્ਜੀ ਦੀ ਵੈਲਿਊ ਆ ਦੈਟ ਇਜ਼ ਦੀ ਸੇਮ, ਠੀਕ ਹੈ, 3 ਐਂਡ 3. ਹੁਣ ਇੱਥੇ ਆਪਾਂ ਇਹਨਾਂ ਦੇ ਵਿੱਚ ਕੰਪੈਰੀਜ਼ਨ ਜਾਂ ਡਿਫਰੈਂਸ਼ੀਏਟ ਇਹਨਾਂ ਦੇ ਵਿੱਚ ਕਿਸ ਬੇਸਿਸ ਦੇ ਉੱਪਰ ਕਰ ਸਕਦੇ ਹਾਂ? ਜਿਹਦੇ ਕੇਸ 'ਚ ਪ੍ਰਿੰਸੀਪਲ ਕੁਆਂਟਮ ਨੰਬਰ n ਦੀ ਵੈਲਿਊ ਲੈਸਰ ਹੋਏਗੀ, ਠੀਕ ਹੈ, ਦੋਨਾਂ ਦੇ ਵਿੱਚੋਂ ਉਹਨੂੰ ਕੀ ਆਪਾਂ ਲੋਅਰ એનર્ਜੀ ਕੈਰੀ ਕਰਨ ਵਾਲਾ ਕੰਸੀਡਰ ਕਰਾਂਗੇ. ਫੋਰ ਐਗਜ਼ਾਮਪਲ 2p ਅਤੇ 3s ਦੇ ਵਿੱਚੋਂ એનર્ਜੀ ਦਾ ਜਿਹੜਾ ਵੈਲਿਊ ਆ ਉਹ ਤਾਂ 3 ਹੀ ਬਣਦੀ ਹੈ, ਠੀਕ ਹੈ. ਸੋ
ਆਪਾਂ ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਕਿਹਦੇ 'ਚ ਲੋਅਰ ਹੈ, ਦੈਟ ਇਜ਼ 2p, ਠੀਕ ਹੈ। ਆਰਡਰ ਦੇ ਲਈ 2p ਸਬ ਸ਼ੈਲ ਦੇ ਲਈ ਕੀ ਹੈ, ਵੈਲਿਊ ਹੈ ਜਿਹੜੀ n ਦੀ ਲੈਸਰ ਹੈ, ਸੋ ਇਹਦੀ ਐਨਰਜੀ ਆਪਾਂ ਲੋਅਰ ਕੰਸੀਡਰ ਕਰਦੇ ਹਾਂ, ਠੀਕ ਹੈ। ਦਿਸ ऑर्बिटल कैरी लोअर एनर्जी एज कंपेयर टू दी 3s ऑर्बिटल एंड दैन 3s ऑर्बिटल की एनर्जी लैस रही है 3p दे नालों, ठीक है। एंड दैन अगेन वी आर हैविंग 4s, ठीक है, बिकॉज 3p तो 4s दोनों के की है सेम एनर्जी की वैल्यू सी, ठीक है, बट कंपैरिजन आप ऑन दी बेसिस ऑफ प्रिंसीपल क्वांटम नंबर n की वैल्यू 3p की है 3 सी, 4s n की वैल्यू 4 आएगी, ठीक है। अकॉर्डिंग टू दैट आप 3p नू लैस एनर्जी कैरी करने वाला कंसीडर करेंगे एज कंपेयर टू 4s एंड दैन फिर 5 के लिए भी सेम रूल आप अप्लाई करेंगे, एक अपने को 3d है, दैन की है 4p रहिंदा है, ठीक है। दैन 3d की जी एनर्जी है 4p के नालों लैस कंसीडर कर रहे हैं आप, ठीक है, बट वैल्यू सेम सी। एंड दैन फरदर 4p तो बाद विच 5s एंड दैन 4d, ठीक है। नाउ I hope you all have clarity about how to calculate the order of the energy और how to set a order of the energy, ठीक है। बहुत सिंपल रूल सीगा, जस्ट एक बार की माइंड दे विच क्लैरिटी बनाने की ज़रूरत है कि फर्स्ट की देखना है आप, ठीक है। जो सब शैल्स ने उन्होंने लिख के उन्होंने लिए n की वैल्यू लिख लेनी है, l की वैल्यू लिख लेनी है, ठीक है। जो आप इस ऑर्डर को याद नहीं कर सकते दैन आप इस विच कैलकुलेट भी कर सकते हैं, ठीक है। दैन उस तो आप ईजिली की है एनर्जी का ऑर्डर की ड्राइव कर सकते हैं। सो एनर्जी का ऑर्डर ड्राइव करने के लिए फर्स्ट तो n+l की वैल्यू नोट करनी है एंड आफ्टर दैट जे साढ़े को वैल्यू सेम हो जाए, ठीक है, दैन आप लोअर एनर्जी के उपर उस ऑर्बिटल में रखांगे जिहदे लिए n की वैल्यू समॉलर आ, ठीक है। फॉर एग्जाम्पल इत्थे 2p ते 3s के लिए आप ये चीज़ देखी है एंड दैन फरदर आप 3d के केस एंड 4p एंड 5s के लिए भी सेम रूल ही देखा सीगा, ठीक है। एंड then this is the order of energy and there is the another, ठीक है, order of filling the orbitals, this is the schematic diagram या फिगर भी बोल सकते हैं कि इनू आप इस अकॉर्डिंग भी लर्न कर सकते हैं कि सब तो पहला इलैक्ट्रॉन 1s ऑर्बिटल च जाएंगे, दैन 2s दे विच, दैन 2p च, दैन 3s च, आफ्टर दैट फिर 3p च, दैन 4s दे विच, फिर 3d च, फिर 4p च, दैन 5s दे विच एंड दैन 4d दे विच, 5p एंड 6s एंड आफ्टर दैट 4f, 5d, 6p एंड 7s एंड दैन 5f, 6d एंड 7p, ठीक है। एक दिस इज़ दी स्कीमैटिक डायग्राम फॉर फिलिंग ऑफ दी इलैक्ट्रॉन्स इन दी ऑर्बिटल्स, ठीक है। इस डायग्राम नू की है तुसी माइंड च रखना है या फिर इस ऑर्डर नू की है तुसी ऑलवेज की अपने माइंड च रखना है फॉर फिलिंग ऑफ दी इलैक्ट्रॉन्स, ठीक है। नाउ देयर इज़ एन एक्सैप्शन, जो आप एटम्स लैने जिहदे नंबर ऑफ इलैक्ट्रॉन 1 रहिंदा, ठीक है, उहदे लिए की है जी इलैक्ट्रॉनिक कन्फिगरेशन के लिए जां ऑर्बिटल्स के लिए जिहड़ा आपां ऑर्डर देखना है, ठीक है, दैट इज़ डिफरेंट एंड इन हाइड्रोजन एटम हीलियम प्लस चार्ज जो कैरी करता, मतलब एक इलैक्ट्रॉन कैरी करता एंड लिथियम +2 चार्ज कैरी करता, मीनस इन केस ऑफ अ सिंगल इलैक्ट्रॉन सिस्टम एनर्जी इज़ एक्सप्लेनड और डिटरमिनड on the basis of the principal quantum number, ठीक है। हुण सिंगल इलैक्ट्रॉन कैरिंग जिहड़े सिस्टम हुंदे आ इन्हां दे केस दे विच जिहड़ी आपां एनर्जी है ऑर्बिटल दी वो जस्ट प्रिंसीपल क्वांटम नंबर दी वैल्यू है जिहड़ी, ठीक है, उस दे अकॉर्डिंग ही देनी है। जे प्रिंसीपल क्वांटम नंबर n की वैल्यू लैसर है दैन लैस एनर्जी आ, जे वैल्यू सेम आ रही है 2s ते 2p दे लिए इनकी वैल्यू सेम बनेगी, ठीक है। सो अकॉर्डिंग टू दैट दोनों जोड़े ऑर्बिटल्स ने इन्हों आप डीजनरेट ऑर्बिटल्स बोलांगे कि सेम एनर्जी कैरी करने वाले इलैक्ट्रॉन्स ऑर्बिटल्स ने। दिस इज़ दी एक्सैप्शन, ए वाली जी अपने को रूल है, ठीक है, इलैक्ट्रॉनिक कन्फिगरेशन के लिए ਜਾਂ ऑर्बिटल्स ਨੂੰ ਫਿਲ ਕਰਨ ਦੇ ਲਈ ਉਹ ਵਾਲੇ ਐਟਮ ਦੇ ਲਈ ਹੀ ਰਹੇਗਾ ਜਿੱਥੇ ਇੱਕ ਹੀ ਇਲੈਕਟ੍ਰੋਨ ਪ੍ਰੈਜ਼ੈਂਟ ਆ। ਫॉर एग्जांपल हाइड्रोजन एटम लाइक ऑर्बिटल्स होंगे ਜਦੋਂ, ठीक है, ਜਾਂ फिर हाइड्रोजन लाइक एटम्स ਜਾਂ फिर सिंगल इलैक्ट्रॉन सिस्टम्स लाइक हाइड्रोजन ਉਹਨਾਂ ਦੇ ਲਈ ਆਪਾਂ ਜਿਹੜਾ ऑर्डर है एनर्जी ऑफ दी ऑर्बिटल्स के लिए, ठीक है, ये वाला फॉलो करते हैं दैट प्रिंसीपल क्वांटम नंबर एल दी एन की वैल्यू जे सेम है, ठीक है, दैन दे विल बी ऑफ दी सेम एनर्जी एंड दिस इज़ फॉर दी ओनली हाइड्रोजन एटम, अगेन आई एम रिपीटिंग इट, ठीक है। एंड नैक्सट रूल जिहड़ा कि आप इलैक्ट्रॉन्स की फिलिंग के लिए की है माइंड च रखना है दैट इज़ दी पॉली एक्सक्लूजन प्रिंसीपल, ठीक है।
ਹੁਣ ਸਿੰਪਲ ਤੁਸੀਂ ਅਕੋਰਡਿੰਗ ਟੂ ਬੋਹਰਸ ਮਾਡਲ ਪਹਿਲਾਂ ਜਿਹੜੀ this is the nucleus, this is the first orbital, this is the second orbital, this is the third orbital, ठीक है। ये वाली ਜਿਹੜੀ ਸਟਰਕਚਰ ਆ ਐਟਮ ਦੀ, ਇਹ ਤਾਂ ਤੁਸੀਂ ਆਲਰੇਡੀ ਲਰਨ ਕੀਤੀ ਹੈ, ਬਟ ਆਪਾਂ ऑर्बिटल्स ਨੂੰ ਇਸ ਫਾਰਮ ਦੇ ਵਿੱਚ ਵੀ ਕੀ ਹੈ, ਠੀਕ ਹੈ, ਡਰਾ ਕਰ ਸਕਦੇ ਹੁੰਦੇ ਆ। ਜਿਹੜੀ ਇਹ ਵਾਲੀ ਸ਼ੇਪ ਹੈ ਦੈਟ ਇਜ਼ ਦੀ ਐਸ ऑर्बिटल, ਠੀਕ ਹੈ। ਐਂਡ ਪੀ ऑर्बिटल ਦੇ ਵਿੱਚ ਕੀ ਹੈ, ਕਿਉਂਕਿ ਆਪਾਂ ਪੀ ਸਬਸ਼ੈਲ ਦੇ ਵਿੱਚ ਆਪਾਂ ਕੀ ਬੋਲਦੇ ਹਾਂ ਕਿ 3 ऑर्बिटल ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਦੈਟ ਇਜ਼ ਦੀ ਪੀ ਐਕਸ, ਪੀ ਵਾਈ ਐਂਡ ਪੀ ਜ਼ੈਡ। ਐਂਡ ਡੀ ਦੇ ਵਿੱਚ ਕਿੰਨੇ ਨੰਬਰ ਆਫ ऑर्बिटल्स ਪ੍ਰੈਜ਼ੈਂਟ ਹੁੰਦੇ ਹੈਗੇ 5। ਇਹਨਾਂ ਨੂੰ ਆਪਾਂ ਇਸ ਫਾਰਮ 'ਚ ਲਿਖ ਸਕਦੇ ਹਾਂ। ਅਤੇ ਫੀਲਿੰਗ ਹੈ ਜਿਹੜੀ ਇਲੈਕਟ੍ਰੋਨਸ ਦੀ ਆਪਾਂ ਇਨ ਬਿਟਵੀਨ these 1 2 3 4 5, ਠੀਕ ਹੈ, ਇਹਨਾਂ ਦੇ ਵਿੱਚ ਦੇਖਣੀ ਹੁੰਦੀ ਹੈ, ਠੀਕ ਹੈ। ਸੋ ਨਾਓ ਪੋਲੀ ਐਕਸਕਲੂਜਨ ਪ੍ਰਿੰਸੀਪਲ ਦੇਖਦੇ ਹਾਂ ਆਪਾਂ। ਪੋਲੀ ਐਕਸਕਲੂਜਨ ਪ੍ਰਿੰਸੀਪਲ ਸਟੇਟਸ that only 2 electrons may exist in same orbital and these orbitals must have opposite spin and no 2 electron in an atom can have the same set of the 4 quantum numbers. So according to Pauli exclusion principle, ठीक है, what we are saying that एक particular subshell ਦੇ ਵਿੱਚ for example 1s orbital ਦੇ ਵਿੱਚ ਜਾਂ 1s subshell ਦੇ ਵਿੱਚ ਇੱਕ ਟਾਈਮ ਦੇ ਉੱਪਰ ਆਪਣੇ ਕੋਲੇ 2 ਇਲੈਕਟ੍ਰੋਨ ਹੀ ਕੀ ਆ ਆਪਾਂ, ਠੀਕ ਹੈ, ਫਿਲ ਕਰ ਸਕਦੇ ਹਾਂ। ਅਤੇ ਜਿਹੜੇ ਦੋਨੋਂ ਇਲੈਕਟ੍ਰੋਨਸ ਹੋਣਗੇ ਇਹਨਾਂ ਦੇ ਲਈ ਜਿਹੜੀ ਵੈਲਿਊ ਆ 4 ਕੁਆਂਟਮ ਨੰਬਰਸ ਦੀ, ਦੈਟ ਇਜ਼ ਦੀ ਵੈਲਿਊ ਆਫ N L M ਐਂਡ S। ਦੋਨੋਂ ਦੇ ਦੋਨੋਂ ਇਲੈਕਟ੍ਰੋਨਸ ਦੇ ਲਈ ਇਹ ਵੈਲਿਊ ਕੀ ਹੈ, ਡਿਫਰ ਕਰੇਗੀ, ਸੇਮ ਨਹੀਂ ਰਹਿਣੀ ਹੈਗੀ, ਠੀਕ ਹੈ। ਕਿੱਦਾਂ, ਹੁਣ 1s ऑर्बिटल ਆ, ਵੈਲਿਊ N ਦੀ ਕਿੰਨੀ ਹੁੰਦੀ ਹੈ 1s ਦੇ ਲਈ, ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ 1s ਦੇ ਲਈ 1 ਰਹਿਣੀ ਆ। ਐਂਡ L ਦੀ ਵੈਲਿਊ ਕਿੰਨੀ ਰਹਿਣੀ ਆ 1s ਦੇ ਲਈ 0। ਐਂਡ M ਦੀ ਵੈਲਿਊ ਵਿਦ ਰਿਸਪੈਕਟ ਟੂ L ਕੀ ਲੈਂਦੇ ਹੁੰਦੇ ਆਪਾਂ 0 ਹੀ ਰਹਿਣੀ ਹੈ, ਠੀਕ ਹੈ। ਐਂਡ ਸਪਿਨ S ਕੀ ਹੈ ਆਪਣੇ ਕੋਲ ਸਪਿਨ ਕੁਆਂਟਮ ਨੰਬਰ ਹੈ, ਠੀਕ ਹੈ। ਇਹਦੀ ਵੈਲਿਊ ਕੀ ਰਹੇਗੀ ਅਪ ਸਪਿਨ ਦੇ ਲਈ +½ ਰਹੇਗੀ। ਐਂਡ ਸੈਕਿੰਡ ਇਲੈਕਟ੍ਰੋਨ ਦੇ ਲਈ, ਕਿਉਂਕਿ ਸੈਕਿੰਡ ਇਲੈਕਟ੍ਰੋਨ ਹੈਗਾ ਤਾਂ 1s ऑर्बिटल 'ਚ ਹੀ ਆ, N ਦੀ ਵੈਲਿਊ ਸੇਮ ਰਹੂਗੀ, L ਦੀ ਵੈਲਿਊ ਵੀ S ਕਰਕੇ 0 ਲਵਾਂਗੇ ਐਂਡ M ਦੀ ਵੈਲਿਊ ਵੀ 0 ਹੋਊ। ਬਟ ਡਾਊਨ ਸਪਿਨ ਆ, ਡਾਊਨਵਰਡ ਸਪਿਨ ਸ਼ੋ ਕਰ ਰਿਹਾ, ਦੈਨ S ਦੀ ਵੈਲਿਊ -1/2। ਮਤਲਬ ਜਿਹੜੇ ਫਸਟ 3 ਕੁਆਂਟਮ ਨੰਬਰਸ ਨੇ ਇਹ ਕੀ ਹੈ ਫਸਟ ਇਲੈਕਟ੍ਰੋਨ ਦੇ ਲਈ ਐਂਡ ਦੈਟ ਇਜ਼ ਫॉर ਦੀ ਇਹ ਵਾਲਾ ਜਿਹੜਾ ਸੈਕਿੰਡ ਇਲੈਕਟ੍ਰੋਨ ਫਿਲ ਕੀਤਾ ऑर्बिटल ਦੇ ਵਿੱਚ, ਠੀਕ ਹੈ, ਇਹਦੇ ਲਈ। ਬਾਕੀ 3 ਜਿਹੜੇ ਕੁਆਂਟਮ ਨੰਬਰ ਹੈ ਇਹਨਾਂ ਦੀ ਵੈਲਿਊ ਤਾਂ ਸੇਮ ਹੈ, ਬਟ ਫੋਰਥ ਦੀ ਜਿਹੜੀ ਵੈਲਿਊ ਆ ਉਹ ਕੀ ਆ ਚੇਂਜ ਹੋਏਗੀ, ਡਿਫਰ ਕਰੂਗੀ ਦੋਨਾਂ 'ਚ। ਇਸ ਲਈ ਆਪਾਂ ਬੋਲਦੇ ਹਾਂ ਕਿ ਜਿਹੜੀ ਆਪਣੇ ਕੋਲੇ ਟੋਟਲ, ਠੀਕ ਹੈ, ਚਾਰੋਂ ਕੁਆਂਟਮ ਨੰਬਰਸ ਦੀਆਂ ਜਿਹੜੀਆਂ ਸੇਮ ਸੈੱਟ ਆ ਜਿਹੜਾ ਕੁਆਂਟਮ ਨੰਬਰਸ ਦਾ ਜਾਂ ਸੇਮ ਵੈਲਿਊਜ਼ ਨਹੀਂ ਆ, ਠੀਕ ਹੈ, ਉਹ ਕੀ ਆ ਦੋਨੋਂ ਇਲੈਕਟ੍ਰੋਨਸ ਦੇ ਲਈ ਸੇਮ ਪੋਸੀਬਲ ਨਹੀਂ ਹੈਗੀਆਂ ਅਕੋਰਡਿੰਗ ਟੂ ਪੋਲੀ ਐਕਸਕਲੂਜਨ ਪ੍ਰਿੰਸੀਪਲ, ਠੀਕ ਹੈ। ਇਸ ਪ੍ਰਿੰਸੀਪਲ ਨੇ ਕੀ ਸਟੇਟ ਕੀਤਾ, ਦਿਸ ਪ੍ਰਿੰਸੀਪਲ ਸਟੇਟਸ ਦੈਟ ਕਿ ਇੱਕ ऑर्बिटल ਦੇ ਵਿੱਚ ਇੱਕ ਟਾਈਮ ਦੇ ਉੱਪਰ ਆਪਾਂ ਕੀ ਕਰ ਸਕਦੇ ਹਾਂ 2 ਇਲੈਕਟ੍ਰੋਨਸ ਨੂੰ ਆਪੋਜ਼ਿਟ ਸਪਿਨ ਦੇ ਨਾਲ ਕੀ ਆ, ਠੀਕ ਹੈ, ਫਿਲ ਤਾਂ ਕਰ ਸਕਦੇ ਹਾਂ। ਬਟ ਅਕੋਰਡਿੰਗ ਟੂ ਦੈਟ no 2 electron in an atom can have the same set of the 4 quantum numbers. Clear? Always ਜਦੋਂ ਆਪਾਂ ਇਲੈਕਟ੍ਰੋਨਸ ਫਿਲ ਕਰਨੇ ਆ ਦੈਨ that will be filled in the opposite spins, ठीक है, you can see here also. And then there is the question, find the number of the electron for which n equals to 2, m ਦੀ ਵੈਲਿਊ ਕਿੰਨੀ ਹੈ 0 ਐਂਡ ਸਪਿਨ ਇਜ਼ +1/2। ਟੋਟਲ ਨੰਬਰ ਆਫ ਇਲੈਕਟ੍ਰੋਨ ਦੇਖਣੇ ਆ, ਠੀਕ ਹੈ, ਜਿਹਦੇ ਲਈ n ਦੀ ਵੈਲਿਊ 2 ਹੋ ਰਹੀ ਹੋਵੇ, ਠੀਕ ਹੈ, ਐਂਡ m ਦੀ ਵੈਲਿਊ 0 ਹੋਏ, ਠੀਕ ਹੈ, ਐਂਡ s ਦੀ ਵੈਲਿਊ +1/2। ਹੁਣ ਫਸਟ ਕੇਸ 'ਚ ਜੇ ਆਪਾਂ ਦੇਖੀਏ ਸੋਲਿਊਸ਼ਨ ਦੇ ਵਿੱਚ, ਠੀਕ ਹੈ, n ਦੀ ਵੈਲਿਊ ਆਪਣੇ ਕੋਲ ਜਦੋਂ 2 ਆ ਦੈਨ l ਦੀਆਂ ਕਿੰਨੀਆਂ ਵੈਲਿਊਜ਼ ਪੋਸੀਬਲ ਹੁੰਦੀਆਂ ਨੇਗੀਆਂ, ਠੀਕ ਹੈ, ਕਿਉਂਕਿ ਆਲਵੇਜ਼ ਆਪਾਂ l ਕੀ ਲੈਂਦੇ ਹੁੰਦੇ ਆ ਦੈਟ ਇਜ਼ ਜੇ ਆਪਣੇ ਕੋਲ n ਦੀ ਵੈਲਿਊ 2 ਹੈ ਦੈਨ l ਦੀ ਵੈਲਿਊਜ਼ ਕਿੰਨੀਆਂ ਪੋਸੀਬਲ ਹੈ 0 1 ਐਂਡ ਅਪ ਟੂ ਸੋ ਔਨ, ਦੈਟ ਇਜ਼ 0 ਤੋਂ ਲੈ ਕੇ ਆਪਾਂ n ਦੀ ਵੈਲਿਊ 2 - 1 ਤੱਕ ਲੈਣੀ ਸੀ, ਠੀਕ ਹੈ, ਦੈਟ ਇਜ਼ ਦੀ 0 ਐਂਡ 1 ਦੋ ਵੈਲਿਊਜ਼ ਹੀ ਆਉਣਗੀਆਂ, ਠੀਕ ਹੈ, ਬਿਕੋਜ਼ ਐਜ਼ੀਮੂਥਲ ਕੁਆਂਟਮ ਨੰਬਰ ਦੀ ਵੈਲਿਊ n ਦੀ ਇਕੁਅਲ ਹੀ ਰਹਿੰਦੀਆਂ ਨੇ। ਜੇ n ਦੀ ਵੈਲਿਊ 2 ਆ ਦੈਨ l ਦੀਆਂ ਵੀ 2 ਵੈਲਿਊਜ਼ ਪੋਸੀਬਲ ਹੋਣਗੀਆਂ। ਸੋ ਕੋਰਸਪੋਂਡਿੰਗ ਟੂ ਦੈਟ 0 ਦੇ ਲਈ m ਦੀ ਵੈਲਿਊ ਆ ਜਿਹੜੀ ਉਹ ਵੀ ਕੀ ਆਊਗੀ 0 ਆਏਗੀ, ਠੀਕ ਹੈ। ਕੋਰਸਪੋਂਡਿੰਗ ਟੂ n ਇਕੁਅਲ ਟੂ 2 l ਦੀ ਵੈਲਿਊ ਜਦੋਂ 0 ਲੈ ਰਹੇ ਹਾਂ ਤਾਂ m ਵੀ ਆਪਣੇ ਕੋਲ 0 ਵੈਲਿਊ ਕੈਰੀ ਕਰੇਗਾ, ਠੀਕ ਹੈ। ਸੋ ਦੈਟ ਇਜ਼ ਦੀ 2s ऑर्बिटल, ठीक है। सो 2s ऑर्बिटल बनूंगा अपने को, ठीक है। सो
ਅਕੋਰਡਿੰਗ ਟੂ ਦੈਟ 2s ਦੇ ਵਿੱਚ ਵੀ ਨੰਬਰ ਆਫ ਇਲੈਕਟ੍ਰੋਨ ਜਦੋਂ ਇੱਕ ਹੀ ਔਰਬਿਟਲ ਪ੍ਰੈਜ਼ੈਂਟ ਆ, ਠੀਕ ਹੈ, ਜੇ ਇੱਕ ਔਰਬਿਟਲ ਪ੍ਰੈਜ਼ੈਂਟ ਆ ਆਪਣੇ ਕੋਲ, ਦੈਨ ਇੱਕ ਔਰਬਿਟਲ ਦੇ ਵਿੱਚ ਆਪਾਂ ਨੰਬਰ ਆਫ ਇਲੈਕਟ੍ਰੋਨ ਕਿੰਨੇ ਫਿਲ ਕਰ ਸਕਦੇ ਹਾਂ, 2 ਫਿਲ ਕਰ ਸਕਦੇ ਹਾਂ। ਹੁਣ ਆਪਣੇ ਕੋਲ ਕੁਐਸਚਨ 'ਚ ਕੀ ਹੈ, n ਦੀ ਵੈਲਿਊ 2 ਸੀਗੀ, m ਦੀ ਵੈਲਿਊ 0 ਹੋਣੀ ਚਾਹੀਦੀ ਹੈ ਐਂਡ s ਦੀ ਵੈਲਿਊ +1/2। ਮਤਲਬ ਇਹਨਾਂ ਦੋਨਾਂ ਦੇ ਵਿੱਚੋਂ ਫਸਟ ਦੀ ਜੇ ਆਪਾਂ ਗੱਲ ਕਰਦੇ ਹਾਂ ਦੈਨ s ਦੀ ਵੈਲਿਊ ਇਹਦੇ ਲਈ +1/2 ਹੋਏਗੀ, ਠੀਕ ਹੈ। ਸੋ ਇੱਕ ਇਲੈਕਟ੍ਰੋਨ ਤਾਂ ਸਾਡੇ ਕੋਲੇ ਫਸਟ s ਵਾਲੇ 'ਚ ਪ੍ਰੈਜ਼ੈਂਟ ਹੋਏਗਾ। ਐਟ ਸੈਕਿੰਡ ਜਦੋਂ l ਦੀ ਵੈਲਿਊ 1 ਹੋਈ, n ਦੀ ਵੈਲਿਊ 2 ਦੇ ਲਈ, ਦੈਨ m ਦੀ ਵੈਲਿਊ ਕਿੰਨੀ ਰਹੇਗੀ, -1 0 ਐਂਡ 1। ਆਪਾਂ ਇਹ ਸਾਰਾ ਪਹਿਲਾਂ ਡਿਸਕਸ ਕੀਤਾ ਹੈ ਡਿਟੇਲ ਦੇ ਵਿੱਚ, ਠੀਕ ਹੈ। ਦੈਟ ਜਿਹੜੀ ਵੈਲਿਊ ਹੈ ਰੇਂਜ ਕਰਦੀ ਆ, ਠੀਕ ਹੈ, ਫॉर ਵੈਲਿਊ ਆਫ l ਜੇ ਆਪਣੇ ਕੋਲ ਇਕੁਅਲ ਆ ਰਹੀ ਆ x ਦੇ, ਦੈਨ m ਦੀ ਵੈਲਿਊ ਕਿੰਨੀ ਹੋਏਗੀ, -x 0 ਦੈਨ +x, ਠੀਕ ਹੈ। ਇੱਦਾਂ ਹੀ ਲੈਣੀ ਹੁੰਦੀ ਹੈ। ਜੇ 1 ਆ ਰਹੀ ਹੈ ਦੈਨ -1 0 ਐਂਡ 1 ਇਹ ਲਵਾਂਗੇ ਆਪਾਂ, ਠੀਕ ਹੈ। ਮਤਲਬ 3 ਔਰਬਿਟਲਸ ਪੋਸੀਬਲ ਆਪਣੇ ਕੋਲ, p ਔਰਬਿਟਲ ਹੁੰਦਾ l ਦੀ ਵੈਲਿਊ ਜਦੋਂ ਆਪਣੇ ਕੋਲ 1, ਠੀਕ ਹੈ। ਅਕੋਰਡਿੰਗ ਟੂ ਦੈਟ ਫਸਟ ਕੇਸ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਦੈਟ ਇਜ਼ -1, ਦੈਟ ਇਜ਼ ਦੀ px ਔਰਬਿਟਲ, ਠੀਕ ਹੈ। ਐਂਡ 0 ਦੇ ਕੋਰਸਪੋਂਡਿੰਗ ਇਹ ਵਾਲਾ ਜਿਹੜਾ ਔਰਬਿਟਲ ਆ, ਠੀਕ ਹੈ, m ਦੀ ਵੈਲਿਊ 0 ਦੇ ਕੋਰਸਪੋਂਡਿੰਗ। ਹੁਣ ਇਹਦੇ ਵਿੱਚ ਵੀ ਆਪਣੇ ਕੋਲ ਇਲੈਕਟ੍ਰੋਨ ਆ ਜਿਹੜੀ, ਠੀਕ ਹੈ, 2 ਆਪੋਜ਼ਿਟ ਸਪਿਨਸ ਕੈਰੀ ਕਰਨਗੇ, ਦੈਟ ਇਜ਼ ਅਪਵਰਡ ਐਂਡ ਡਾਊਨਵਰਡ। ਅਪਵਰਡ ਦੇ ਲਈ ਜਿਹੜੀ ਵੈਲਿਊ ਹੈ ਇਸ ਦੀ ਕਿੰਨੀ ਹੋਏਗੀ, 1/2। ਹੁਣ ਦੇਖੋ ਇੱਥੇ ਆਪਣੇ ਕੋਲ ਕੰਡੀਸ਼ਨ ਸੈਟੀਸਫਾਈ ਹੋ ਰਹੀ ਹੈ, n ਦੀ ਵੈਲਿਊ 2 ਸੀ ਐਂਡ m ਦੀ ਵੈਲਿਊ ਇੱਥੇ ਵੀ ਕੀ ਆ, 0 ਆ ਸੈਂਟਰ ਵਾਲੇ ਦੇ ਲਈ, ਠੀਕ ਹੈ। ਐਂਡ s ਦੀ ਵੈਲਿਊ ਦੋਨੋਂ ਚੋਂ ਇੱਕ ਦੇ ਲਈ +1/2 ਹੋਏਗੀ, ਠੀਕ ਹੈ। ਸੋ ਦੈਨ ਟੋਟਲ ਨੰਬਰ ਆਫ ਇਲੈਕਟ੍ਰੋਨਸ ਜਿਹਦੇ ਲਈ ਇਹ ਵਾਲੀ ਜਿਹੜੀ ਕੰਡੀਸ਼ਨ ਹੈ ਸੈਟੀਸਫਾਈ ਹੋ ਰਹੀ ਹੈ ਦੈਟ ਇਜ਼ ਦੀ 2, ਠੀਕ ਹੈ, ਕਲੀਅਰ। ਨਾਓ ਦ ਨੈਕਸਟ ਟੋਪਿਕ ਇਜ਼ ਦੀ Hund's rule of maximum multiplicity. So this rule states that electron pairing will not takes place in orbitals of the same energy until each orbital is singly filled. So Hund's rule ਦੇ according ਕੀ ਇਨਫੋਰਮੇਸ਼ਨ ਆ ਜਾਂ ਕੀ ਜਿਹੜੇ ਰੂਲਸ ਆ ਉਹ ਦਿੱਤੇ ਗਏ ਨੇ, ਦੈਟ ਇਜ਼ ਦੀ ਆਪਾਂ ਉਨੀ ਦੇਰ ਤੱਕ ਜਿਹੜੇ ਔਰਬਿਟਲਸ ਨੇ ਇਹਨਾਂ ਦੇ ਵਿੱਚ ਕੀ ਆ, 2 ਇਲੈਕਟ੍ਰੋਨ ਕੀ ਆ, ਫਿਲ ਨਹੀਂ ਕਰ ਸਕਦੇ ਜਦੋਂ ਤੱਕ ਇੱਕ ਸੇਮ એનર્ਜੀ ਕੈਰੀ ਕਰਨ ਵਾਲਾ ਜਿਹੜਾ ਸ਼ੈਲ ਆ, ਠੀਕ ਹੈ, ਉਹ ਕੀ ਆ, ਪੂਰਾ ਕੀ ਆ, ਫਿਲ ਨਹੀਂ ਹੁੰਦਾ, ਠੀਕ ਹੈ, ਕਲੀਅਰ। ਸੋ ਦੀ ਸੇਮ ਜਿਹੜੇ ਔਰਬਿਟਲਸ ਨੇਗੇ ਆਪਣੇ ਕੋਲੇ, ਠੀਕ ਹੈ, ਉਹ ਸਾਰੇ ਦੇ ਸਾਰੇ ਕੀ ਆ, ਸੇਮ એનર્ਜੀ 'ਤੇ ਪਏ ਆ। ਜਦੋਂ ਪਹਿਲਾਂ ਆਪਾਂ ਇਹਨਾਂ ਨੂੰ ਸਿੰਗਲ ਫਿਲ ਨਹੀਂ ਕਰ ਲੈਂਦੇ ਕੰਪਲੀਟਲੀ, ਉਨੀ ਦੇਰ ਤੱਕ ਆਪਾਂ ਇਹਨਾਂ ਨੂੰ ਪੇਅਰਿੰਗ ਨਹੀਂ ਕਰ ਸਕਦੇ, ਠੀਕ ਹੈ। ਕਾਰਬਨ ਦੀ ਐਗਜ਼ਾਮਪਲ ਲਿੱਤੀ ਹੈ ਆਪਾਂ, ਠੀਕ ਹੈ, ਕਾਰਬਨ 2s 2p2, ਠੀਕ ਹੈ, ਕਾਰਬਨ ਦੀ ਜਿਹੜੀ ਕਨਫੀਗਰੇਸ਼ਨ ਹੁੰਦੀ ਹੈ ਦੈਟ ਇਜ਼ ਫॉर ਕਾਰਬਨ ਆਪਾਂ ਲਿਖ ਸਕਦੇ ਹਾਂ ਦੈਟ ਇਜ਼ ਦੀ 1s2 2s2 ਐਂਡ 2p2, ਠੀਕ ਹੈ। ਸੋ ਅਕੋਰਡਿੰਗ ਟੂ that is the number of electron in 2s shell is 2 and in 2p 2 ਇਲੈਕਟ੍ਰੋਨ। ਆਪਾਂ ਇਹ ਦੋਨੋਂ ਇਲੈਕਟ੍ਰੋਨ ਫਸਟ ਔਰਬਿਟਲ 'ਚ ਨਹੀਂ ਫਿਲ ਕੀਤੀ, ਠੀਕ ਹੈ। ਇਹੀ ਆਪਣੇ ਕੋਲ ਹੰਟਸ ਰੂਲ ਨੇ ਦੱਸਿਆ ਕਿ ਇੱਥੇ ਆਪਾਂ 2 ਇਲੈਕਟ੍ਰੋਨ ਨਹੀਂ ਫਿਲ ਕਰਨੇ ਜਦੋਂ ਤੱਕ ਆਪਣੇ ਕੋਲੇ 3 ਔਰਬਿਟਲ ਆ ਜਿਹੜੇ ਸਿੰਗਲੀ ਫਿਲ ਨਹੀਂ ਹੁੰਦੀ, ਠੀਕ ਹੈ। ਬਟ ਹੁਣ ਇੱਥੇ ਆਪਣੇ ਕੋਲ ਪੀਚ ਟੋਟਲ ਨੰਬਰ ਆਫ ਇਲੈਕਟ੍ਰੋਨ ਹੀ ਅਕੋਰਡਿੰਗ ਟੂ ਐਟੋਮਿਕ ਨੰਬਰ 2 ਬਣਦੀ ਸੀ। ਸੋ ਆਪਾਂ ਦੋਨੋਂ ਇਲੈਕਟ੍ਰੋਨ ਪਹਿਲਾਂ ਇੱਕ px ਦੇ ਵਿੱਚ ਫਿਲ ਕਰਾਂਗੇ, ਦੈਨ py 'ਚ ਫਿਲ ਕਰਾਂਗੇ। ਸੇਮ ਸਪਿਨ ਅਲੱਗ-ਅਲੱਗ ਔਰਬਿਟਲ 'ਚ ਸੇਮ ਸਪਿਨ ਕੈਰੀ ਕਰ ਸਕਦੇ ਆ। ਇੱਕ ਔਰਬਿਟਲ 'ਚ ਕੀ ਆ, ਆਪੋਜ਼ਿਟ ਸਪਿਨ ਕੈਰੀ ਕਰਨੀ ਹੁੰਦੀ ਹੈ ਇਹਨਾਂ ਨੇ। ਸੋ ਪਹਿਲਾਂ ਕੀ ਆ, ਸਿੰਗਲ ਔਰਬਿਟਲਸ ਦੀ ਫਿਲਿੰਗ ਕਰਨੀ ਹੈ ਆਪਾਂ, ਠੀਕ ਹੈ। ਹੁਣ ਜੇ ਮੈਂ ਨਾਈਟ੍ਰੋਜਨ ਦੀ ਗੱਲ ਕਰਦੀ ਹਾਂ, ਨਾਈਟ੍ਰੋਜਨ ਦੇ ਕੇਸ 'ਚ ਮੈਂ ਫਿਲਿੰਗ ਕਿੱਦਾਂ ਕਰਨੀ ਸੀਗੀ, ਫਿਰ ਨਾਈਟ੍ਰੋਜਨ ਦੇ ਲਈ ਆਪਾਂ ਦੈਟ ਇਜ਼ ਦੀ 2s ਔਰਬਿਟਲ, ਠੀਕ ਹੈ, ਐਂਡ ਦੈਨ ਨੈਕਸਟ ਇਜ਼ ਦੀ 1 ਇਲੈਕਟ੍ਰੋਨ, ਸੈਕਿੰਡ ਇਲੈਕਟ੍ਰੋਨ ਐਂਡ ਥਰਡ ਇਲੈਕਟ੍ਰੋਨ, ਬਿਕੋਜ਼ ਨਾਈਟ੍ਰੋਜਨ ਦੇ ਕੇਸ ਦੇ ਵਿੱਚ ਐਟੋਮਿਕ ਨੰਬਰ ਕਿੰਨਾ ਰਹੇਗਾ, 7, ਠੀਕ ਹੈ, ਐਟੋਮਿਕ ਨੰਬਰ 7। ਸੋ ਹੁਣ ਅਕੋਰਡਿੰਗ ਟੂ ਦੈਟ ਵੇਲੈਂਸ ਸ਼ੈਲ ਦੀ ਜੇ ਆਪਾਂ ਕਨਫੀਗਰੇਸ਼ਨ ਦੇਖਦੇ ਨਾਈਟ੍ਰੋਜਨ ਦੇ ਲਈ 1s2 2s2 ਦੈਨ 2p3, ਆਪਾਂ ਸਿਰਫ ਵੇਲੈਂਸ ਸ਼ੈਲ ਦੇ ਇਲੈਕਟ੍ਰੋਨ ਲੈਣੇ ਹੁੰਦੇ ਆ ਫਿਲਿੰਗ ਦੇ ਲਈ, ਠੀਕ ਹੈ। ਦੈਟ ਇਜ਼ ਦੀ 2s ਦੇ ਵਿੱਚ 2 ਇਲੈਕਟ੍ਰੋਨ ਫਿਲ ਕਰਨੇ ਆ ਐਂਡ ਦੈਨ 2p ਦੇ ਵਿੱਚ ਕੀ ਆਪਾਂ 3 ਇਲੈਕਟ੍ਰੋਨ ਫਿਲ ਕੀਤੇ। ਇੱਥੇ ਪੇਅਰਿੰਗ ਨਹੀਂ ਕੀਤੀ, ਇੱਥੇ ਸਿੰਗਲ ਨਹੀਂ ਰੱਖਿਆ ਇਲੈਕਟ੍ਰੋਨ, ਠੀਕ ਹੈ। ਪਹਿਲਾਂ ਤਿੰਨਾਂ ਦੇ ਵਿੱਚ ਕੀ ਆ, ਹਾਫ ਕੀ ਆ, ਇਲੈਕਟ੍ਰੋਨ ਫਿਲ ਕੀਤਾ, ਮਤਲਬ ਇੱਕ ਇਲੈਕਟ੍ਰੋਨ ਗਿਆ, ਇੱਕ ਔਰਬਿਟਲ ਹੈ ਜਿਹੜਾ, ਠੀਕ ਹੈ। ਇਹਦੇ ਵਿੱਚ ਮੈਕਸੀਮਮ ਕੀ ਆਪਾਂ 2 ਇਲੈਕਟ੍ਰੋਨ ਫਿਲ ਕਰ ਸਕਦੇ ਸੀਗੇ, ਹੈ ਨਾ, ਲਾਈਕ ਦੈਟ ਜਿੱਦਾਂ 2s 'ਚ ਕੀਤੀ ਹੈ। ਬਟ ਇੱਥੇ ਆਪਾਂ ਪੇਅਰਿੰਗ ਉਦੋਂ ਤੱਕ ਨਹੀਂ ਕਰਨੀ ਜਦੋਂ ਤੱਕ ਸਾਰੇ ਦਾ ਸਾਰਾ ਜਿਹੜਾ ਔਰਬਿਟਲ ਆ ਉਹਦੇ ਵਿੱਚ ਕੀ ਆ, ਸਿੰਗਲੀ ਇਲੈਕਟ੍ਰੋਨ ਆ ਜਿਹੜੇ ਆਪਾਂ ਫਿਲ ਨਹੀਂ ਕਰ ਲੈਂਦੇ। ਕਿਉਂ ਨਹੀਂ ਆਪਾਂ
पेयरिंग कर रहे पहला क्योंकि जिहड़े ऑर्बिटल ने सेम एनर्जी कैरी कर रहे हैं अकॉर्डिंग टू दैट आपां सब नूं इक्वली पहला हाफ फिल करना। ठीक है, दिस इज़ दी हंट्स रूल ऑफ मैक्सिमम मल्टीप्लिसिटी। नाउ हुण आपां एफबा प्रिंसीपल स्टडी किया। ठीक है, एंड आफ्टर दैट आपां हंट्स रूल की है रीड किया। सो ऑन द बेसिस ऑफ दीज रूल्स वी कैन try to fill the electronic configuration for the elements from 1 to 30 atomic numbers। ठीक है, now so the next concept is of the electronic configuration। the concept of electronic configuration we can start now, that is for the hydrogen atom, atomic number of hydrogen atom is 1, electronic configuration 1 is 1। no, here first ठीक है, there is the one thing that you need to know। कदे भी ਆਪਾਂ ਜਦੋਂ कॉन्फिगरेशन फिल कर रहे हैं, ठीक है, 1s 2s ਦੀ ਟਰਮ ਦੇ ਵਿੱਚ ਇੱਥੇ ਵੀ ਮੈਂ ਲਿਖਿਆ। ਠੀਕ ਹੈ, ਜਿਹੜਾ ਆਪਣੇ ਕੋਲੇ ਨੰਬਰ ਆਫ ਇਲੈਕਟ੍ਰੋਨ ਹੈ ਦੈਟ ਆਪਾਂ ਫॉर 1s ਆਪਾਂ ठीक है हेयर आप नंबरिंग की लिखनी होंगी है। ठीक है, कि किन्ने नंबर ऑफ इलैक्ट्रॉन आप किसी शैल के फिल कर रहे हैं। फॉर एग्जाम्पल इतने मैं 2s2 लिखा एंड 2p किन्ने लिखा 3, तो वही मैं ऑर्बिटल्स के फिल की सी। ठीक है, सो अकॉर्डिंग टू दैट आप कॉन्फिगरेशन है जी की है लिखनी होंगी है। ठीक है, सो आई होप इत्थे तक की है पहला तुसी अपने माइंड दे विच सारा क्लैरिटी लैके आफ्टर दैट ये वाली जी इलैक्ट्रॉनिक कॉन्फिगरेशन फिल करके देखनी है। ठीक है, नाउ हाइड्रोजन के लिए देख लिया आप 1s दे विच की एक इलैक्ट्रॉन प्रेजेंट रहूगा। हीलियम के लिए कॉन्फिगरेशन की हो जाएगी 1s 2 हो जू, नंबर ऑफ इलैक्ट्रॉन 2 फिल होंगे। ठीक है, सो अकॉर्डिंग टू दैट मैक्सिमम 2 इलैक्ट्रॉन आ जोड़े आप ऑपोजिट स्पिन के नाल फिल कर रहे हैं। ठीक है, सो यही चीज़ आप दोनों जोड़े रूल्स ने उन्होंने अकॉर्डिंग स्टडी की सी। एंड दैन फरदर लीथियम के लिए अगेन 1s 1 एंड 2s 1 एंड दैन फॉर ब्रिलियम 1s 2 2s 2। ठीक है, पेयरिंग क्योंकि सेम शब्द शैल के आप पेयरिंग कर सकते हैं ना, जो अपने को ज़्यादा ऑर्बिटल्स प्रेजेंट होंगे पी की केस जिदा उत्थे पहला सिंगल फिल करना सी फिर आप पेयरिंग जाना सी। एंड दैन बोरोन के केस कॉन्फिगरेशन 1s 2 2s 2 2px 1s ऑर्बिटल 2s ऑर्बिटल एंड दैन 2px ऑर्बिटल। ठीक है, एंड दैन इन केस ऑफ कार्बन एटॉमिक नंबर कितना दिता होया दैट इज़ 6। सो अकॉर्डिंग टू दैट वी हैव टू फिल इन दी ऑर्बिटल्स। ठीक है, दैट इज़ जी 2px 1 इलैक्ट्रॉन एंड 2py दे विच भी 1 इलैक्ट्रॉन एंड 2pz दे विच कोई इलैक्ट्रॉन नहीं जाऊ क्योंकि p दे जस्ट 2 विच 2 ही इलैक्ट्रॉन प्रेजेंट आ, दैट इज़ 1 इन 2px एंड 1 इन 2py। एंड सिमिलरली नाइट्रोजन की केस आप एक इलैक्ट्रॉन होर 2pz एंटर करांगे। एंड ऑक्सीजन की केस की है क्योंकि हुण इत्थे देखो बाकी तो 1s एंड 2s इज़ दी सेम। ठीक है, हुण इत्थे 2p के केस के विच की हो रहा साडे कोले तीनों इलैक्ट्रॉन आ जिहड़े ऑलरेडी नाइट्रोजन तक ही हाफ फिल्ड हो चुके। ठीक है, एक बार की सिंगली फिल्ड ने नाउ आप हुण इहदे विच पेयरिंग कर सकते सी। ठीक है, सो फर्स्ट ऑर्बिटल है जिहड़ा 2px इहदे विच की आपां पेयरिंग की हुई है। ठीक है, नाउ द नैक्सट वन इज़ फॉर दी फ्लोरीन। सो फ्लोरीन के केस दे विच की कर रहे हैं आप। ठीक है, दैट इज़ py ऑर्बिटल भी की है पेयरिंग एंड नियॉन के केस की है तीनों के तीनों ऑर्बिटल है जोड़े p दी की है फुली फिल्ड रहेंगे। ठीक है, सो जोड़ा ये ऑर्डर है कॉन्फिगरेशनस के लिए जोड़ा मैं लिख रही हाँ फिलिंग। ठीक है, ये अकॉर्डिंग टू दैट ऑर्डर जो आप ऑलरेडी डिस्कस किया सीगा। ठीक है, अकॉर्डिंग टू दैट ऑर्डर ही जी फिलिंग इलैक्ट्रॉन्स की ऑर्बिटल के विच कर रहे हैं आप। ठीक है, एंड दैन नियॉन तो जाके की है जी साडी कोल कॉन्फिगरेशन आ दैट इज़ दी टोटली फुली फिल्ड। हुण मतलब नैक्सट इलैक्ट्रॉन आ जिहड़ा जी असीं इंटर करना दैन उहदे लई सानूं जिहड़ा नंबर ऑफ सबशैल आ की एक्सटेंड करना पैना, नंबर ऑफ ऑर्बिटल्स की एक्सटेंड करनी पैनी है। सोडियम के लिए फॉर एग्जाम्पल 2p तो बाद विच आपां 3s दे विच इलैक्ट्रॉन देवांगे। ठीक है, एस दे विच मैक्सिमम नंबर ऑफ इलैक्ट्रॉन किन्ने आपां प्लेस कर सकते हैं या फिल कर सकते हैं 2। सो अकॉर्डिंग टू दैट सोडियम के केस 3s एक इलैक्ट्रॉन जाऊगा एंड मैगनीशियम 3s दे विच 2 इलैक्ट्रॉन्स आपां फिल करने हैं। एंड एलमीनीयम किन्ने आ 3s तो बाद विच नैक्सट फिर सब शैल किहड़ा आएगा 3p। ठीक है, एलमीनीयम 1 इलैक्ट्रॉन एंटर होएगा इस शैल एंड दैन सिलिकन दे विच किन्ने जाणगे 2 इलैक्ट्रॉन्स जाणगे अकॉर्डिंग टू देयर अटोमिक नंबर क्योंकि नियॉन तक की आ 10 अटोमिक नंबर बनता है ना। ठीक है, हेयर मतलब नियॉन तक जी कॉन्फिगरेशन बनती सी 1s2 2s2 2p6। ठीक है,
सो मैं 1s2 2s2 2p6 लिखण की जगह के उपर नियॉन ही मैंशन किया, ठीक है। आप इनू इस विच कर सकते हैं बिकॉज दिस इज़ दी नोबल गैस कॉन्फिगरेशन और इनर्ट गैस कॉन्फिगरेशन। इहदे नाल अगों आपां नैक्सट अटोमिक नंबर वाले दी जिहड़ी वैलेंस शैल कॉन्फिगरेशन है उहनूं लिख सकते हुंदे आ, ठीक है। एंड दैन फॉर सिलिकन अगेन 14 अटोमिक नंबर सीगा, पी दे विच 2 इलैक्ट्रॉन्स फिल किए एंड फॉस्फोरस के लिए पी दे विच किन्ने आ 3 इलैक्ट्रॉन जाने एंड सल्फर के लिए किन्ने जाने अपने कोले देयर आर 4 इलैक्ट्रॉन्स, ठीक है, इन दी पी ऑर्बिटल। ये तुसीं एक बार खुद ट्राई करके देख लेना। नोट आपां पेयरिंग उदों तक नहीं कर रहे किसी भी ऑर्बिटल जदों तक की है सेम और जिहड़े शैल जां सेम एनर्जी कैरी करने वाले सब शैल्स ने उन्होंने आपां सिंगली फिल नहीं कर रहे, ठीक है। एंड दैन क्लोरीन के केस दे विच की है अपने कोले अगेन पेयरिंग हो रही है एंड आर्गन के केस दे विच सारे दे सारों की ऑर्बिटल्स ने जिहड़ी वो की फुली फिल्ड हो रहे हैं, ठीक है। दैट इज़ दी स्टेबल नोबल गैस कॉन्फिगरेशन। एंड सिमिलरली फिर पोटाशियम के लिए अगेन जो सारे ऑर्बिटल्स अपने को फुली फिल्ड ने, जिद्दां आपां पहलां इत्थों नियॉन नूं लैके अगे एक्सटेंड किया सीगा। दैन पोटाशियम 19 अटोमिक नंबर कैरी करती है एंड आर्गन के लिए 18 रहिंदा नंबर, ठीक है। सो आपां आर्गन 4s1, ठीक है, वैलेंस शैल कॉन्फिगरेशन इस विच दोबारा तो एक्सटेंड कर सकते हैं, ठीक है, बिकॉज वी आर हैविंग दैट 18 तक इलैक्ट्रॉन है जिहड़े दैट इज़ इन दी आर्गन कॉन्फिगरेशन, ठीक है। इस विच भी लिख सकते हैं रैदर दैन ओपन फॉर्म च लिखण दे नालों सारे दे सारे 1s2 2s2 2p6 3s2, ठीक है, 3p6 4s1 नहीं उदा वो सारा लिखना पड़ेगा, ठीक है। इनू इस विच भी आप लिख सकते सी, एक बार दस रही हूँ मैं तुहानूं 1s2 2s2 2p6 3s2 3p6 एंड दैन 4s1, ठीक है। हुण जिहड़ी इत्थे तक दी कॉन्फिगरेशन है दैट इज़ फॉर दी आर्गन जिहड़ी आपां इत्थे लिखी हुई है, ठीक है। सो कैल्शियम के केस दे विच की है अटोमिक नंबर कितना बनता है, ठीक है 20, दैट इज़ जिहड़ा एस सब शैल आ वो की मैक्सीमम फिल होएगा, ठीक है, कंप्लीटली 4s2 तक। एंड दैन नैक्सट इज़ दी स्कैंडियम। हुण जो आप स्कैंडियम तो अगे अटोमिक नंबर 21 तो कंटिन्यू करते हैं फिलिंग, ठीक है। दैन अपने को 3D सब शैल है जिहड़ा वो भी की है आपां फिलिंग च की है इनकलूड कर दिया, ठीक है। दैन हुण 4s2 तो बाद जिहड़ा नैक्सट इलैक्ट्रॉन आ 3d1 इहदे विच एंटर करेगा, ठीक है, दैट इज़ दी 4s2 3d1 इस फॉर्म च आप लिख सकते हैं। एंड दैन फॉर टाइटेनियम वी कैन राइट 2 इलैक्ट्रॉन्स, ठीक है, जिमें जिमें एटॉमिक नंबर बढ़ेगा नंबर ऑफ इलैक्ट्रॉन भी की है डी सब शैल दे की है जां डी ऑर्बिटल च किने वधने हैं, ठीक है। नोट जिद्दां पहलां दस्सिया सीगा कि एस दे विच ऑलवेज कि एक ऑर्बिटल रहिंदा, पी दे विच नंबर ऑफ ऑर्बिटल्स किन्ने रहिंदे आ 3 रहिंदे आ एंड डी दे विच नंबर ऑफ ऑर्बिटल्स आ जिहड़े किन्ने हुंदे आ दैट आर 5 2 3 4 एंड 5, ठीक है। दीज आर दी 5 ऑर्बिटल्स इन केस ऑफ दी डी ऑर्बिटल, ठीक है। सो जिन्नी देर ये सारे पहला सिंगल फिल नहीं होंगी उन्ना टाइम आप इन्हां दी पेयरिंग नहीं करनी होंगी, ठीक है। सब आप ऑलरेडी डिस्कस कर चुके। नाउ हुण जिमें जिमें एटॉमिक नंबर इनक्रीज कर रहे हैं उदा उदा आप नंबर ऑफ ऑर्बिट इलैक्ट्रॉन्स है जिहड़े डी दे विच इनक्रीज करते जाना फिलिंग दे विच, ठीक है। वनेडियम के केस डी दे विच किन्ने इलैक्ट्रॉन्स आने हैं दैट इज़ दी दिस इज़ दी डी ऑर्बिटल नॉट पी ऑर्बिटल, ठीक है, दैट इज़ दी 3D 3 इलैक्ट्रॉन फिल किए है। एंड दैन फॉर क्रोमियम नंबर ऑफ इलैक्ट्रॉन किन्ने सीगे डी दे विच 4 इलैक्ट्रॉन्स प्रेजेंट, ठीक है। इनिशियली वी आर हैविंग 4 इलैक्ट्रॉन्स दैट इज़ दी इनिशियल जी कॉन्फिगरेशन एंड दैट इज़ दी 4s2 एंड 3d4, बट आपां इस कॉन्फिगरेशन नूं की ग्राउंड स्टेट कंसीडर कर रहे हैं, ठीक है, इनू स्टेबल नहीं कंसीडर कर रहे इस केस दे विच। देयर इज़ दी एक्सैप्शन फॉर दी क्रोमियम, ठीक है, बिकॉज जे आपां इत्थे, ठीक है, ये वाले एक इलैक्ट्रॉन जिहड़ा एम्पटी ऑर्बिटल है डी दा मैं इत्थे शिफ्ट करा दा दैन जिहड़ी मेरे कोल कॉन्फिगरेशन बनेगी दोबारा, ठीक है, जां फिलिंग है जिहड़ी इलैक्ट्रॉन दी वो की हो रही है सिमेट्रिकल हो रही है, ठीक है। कोई भी ऑर्बिटल की है एम्पटी नहीं बच रहा एंड सारों के सारों की सेम एनर्जी के उपर एंड सेम सिमेट्री के उपर रहेंगे। तो ऑलवेज कभी भी जो आप कॉन्फिगरेशन फिल करते होंगे, ठीक है, जो अपने को सिमेट्री होंगी है दैन जी कॉन्फिगरेशन बनती है वो की ज़्यादा स्टेबल रही है, ठीक है। लैसर चांसिस होंगे ये फरदर रिएक्ट करन दी, ठीक है। मोस्ट ऑफन कभी भी कोई भी रिएक्शन है जी क्यों होंगी है टू गैट स्टेबिलिटी, बट हाफ फिल्ड तो फुली फिल्ड कॉन्फिगरेशन वो पहले ही स्टेबल होंगे। सो जो मैं इतों एक इलैक्ट्रॉन डी के शिफ्ट करते हैं, ठीक है, दैन अपने को जी कॉन्फिगरेशन है वो की स्टेबल कॉन्फिगरेशन फॉर्म हो रही है, ठीक है। सो दैट मीनस नैक्सट टाइम दी 4s1 एंड 3d5 जी कॉन्फिगरेशन बनेगी, ठीक है, दैट इज़ दी मोर स्टेबल, ठीक है। हुण इत्थे जो आप नॉर्मली आप कहने कि इलैक्ट्रॉन आप किस रूल के अकॉर्डिंग फिल कर रहे हैं एनर्जी ऑर्डर देखना होंगे आप
ਫਰਸਟ ਕੀ ਆ, ਦੈਨ ਆਪਾਂ ਕੀ ਕੰਸੀਡਰ ਕਰਦੇ ਹਾਂ ਇਸ ਕੇਸ ਦੇ ਵਿੱਚ ਕਿ ਜਿਹੜਾ 3D ਔਰਬਿਟਲ ਆ 4s ਦੇ ਨਾਲੋਂ ਕੀ ਆ ਜਿਹੜੀ એનર્ਜੀ ਦਾ ਆਰਡਰ ਆ ਉਹ ਕੀ ਆ ਲੋਅਰ ਰੱਖੂਗਾ, ਠੀਕ ਹੈ ਇਸ ਕੇਸ ਦੇ ਵਿੱਚ। ਦੈਨ એનર્ਜੀ ਹੈ ਜਿਹੜੀ 3D ਦੀ ਉਹ ਕੀ ਹੋਏਗੀ, ਲੈਸਰ ਹੋਏਗੀ ਦੈਨ 4s। ਇਹੀ ਰੀਜ਼ਨ ਹੋਇਆ ਕਿ ਜਿਹੜਾ ਇਹਦੇ ਵਾਲਾ ਇਲੈਕਟ੍ਰੋਨ ਸੀਗਾ ਉਹ ਕੀ ਆ D ਦੇ ਵਿੱਚ ਫਿਲ ਹੋ ਗਿਆ, ਠੀਕ ਹੈ ਇਸ ਔਰਬਿਟਲ ਦੇ ਵਿੱਚ ਜਿਹੜਾ ਇੱਥੇ ਐਮਪਟੀ ਪਿਆ ਹੋਇਆ ਸੀਗਾ। ਸੋ ਦਿਸ ਇਜ਼ ਦੀ ਐਕਸੈਪਸ਼ਨ, ਠੀਕ ਹੈ। ਆਲਵੇਜ਼ ਜਿੱਥੇ ਸਾਡੇ ਕੋਲੇ ਹਾਫ ਫਿਲਡ ਜਾਂ ਫੁੱਲੀ ਫਿਲਡ ਕਨਫੀਗਰੇਸ਼ਨ ਬਣਨ ਦੇ ਚਾਂਸਿਸ ਹੁੰਦੇ ਆ ਉੱਥੇ ਅਸੀਂ ਕੀ ਆ ਜਿਹੜੀ ਐਸ ਤੋਂ ਔਰਬਿਟਲ ਇਲੈਕਟ੍ਰੋਨਸ ਨੇ ਉਹ ਕੀ ਆ ਨੈਕਸਟ ਜਿਹੜੇ ਸ਼ੈਲਸ ਨੇ ਉਹਨਾਂ ਦੇ ਵਿੱਚ ਕੀ ਆ ਸ਼ਿਫਟ ਕਰਵਾ ਕੇ ਸਟੇਬਲ ਕਨਫੀਗਰੇਸ਼ਨ ਹੈ ਜਿਹੜੀ ਉਹ ਕੀ ਆ ਫਾਰਮ ਕਰ ਲੈਂਦੇ ਹੁੰਦੇ ਆ, ਠੀਕ ਹੈ। ਸੋ ਇਨ ਦਿਸ ਲੈਕਚਰ ਆਈ ਐਮ ਡਿਸਕਸਿੰਗ ਓਨਲੀ ਅਪ ਟੂ ਦੈਟ ਟੋਪਿਕ, ਠੀਕ ਹੈ। ਇੱਕ ਵਾਰੀ ਇਸ ਨੂੰ ਇੱਥੇ ਤੱਕ ਕੀ ਤੁਸੀਂ ਰਿਵਾਈਜ਼ ਕਰ ਲਓ, ਠੀਕ ਹੈ। ਜੇ ਕਿਤੇ ਕੋਈ ਡਾਊਟ ਬਣਦਾ ਹੈ ਕਿ ਕਿੱਦਾਂ ਕਨਫੀਗਰੇਸ਼ਨ ਨੂੰ ਫਿਲ ਕਰਨਾ ਹੈ ਜਾਂ ਹਾਫ ਫੀਲਡ ਕਨਫੀਗਰੇਸ਼ਨ ਜਿਹੜੀ ਮੈਂ ਬੋਲ ਰਹੀ ਹਾਂ, ਠੀਕ ਹੈ, ਇਹਦੀ ਸਟੇਬਿਲਿਟੀ ਕਿੱਦਾਂ ਆਈ, ਇੱਕ ਵਾਰੀ ਇਹਨੂੰ ਦੁਬਾਰਾ ਤੋਂ ਦੇਖ ਲਿਓ। ਦੈਨ ਇਨ ਆਰ ਨੈਕਸਟ ਲੈਕਚਰ we will continue with the filling of the electrons in the next atomic number carrying elements, ठीक है। we will continue from the manganese। thank you। up to that time revise up to that topic with clarity।